ਮੇਰਾ ਨਾਂ ਰੂਬੀ ਹੈ। ਅਸੀਂ ਤਿੰਨ ਭੈਣ ਭਰਾ ਹਾਂ। ਮੇਰੇ ਪਿਤਾ ਜੀ ਦੀ ਕੱਪੜਿਆਂ ਦੀ ਦੁਕਾਨ ਹੈ। ਅਸੀਂ ਦੋਵੇਂ ਭੈਣਾਂ ਨੇ ਐਮਏ ਕੀਤੀ ਤੇ ਜਦੋਂ ਮੈਂ ਆਪਣੇ ਪਿਤਾ ਤੋਂ ਅੱਗੇ ਪੜ੍ਹਨ ਦੀ ਆਗਿਆ ਮੰਗੀ ਤਾਂ ਉਹਨਾਂ ਨੇ ਮਨਾ ਕਰ ਦਿੱਤਾ ਤੇ ਕਿਹਾ ਕਿ ਸਾਡੇ ਖਾਨਦਾਨ 'ਚ ਲੜਕੀਆਂ ਜ਼ਿਆਦਾ ਨਹੀਂ ਪੜ੍ਹਦੀਆਂ। ਮੇਰੀ ਭੈਣ ਨੂੰ ਤਾਂ ਪੜ੍ਹਾਈ ਦਾ ਜ਼ਿਆਦਾ ਸ਼ੌਂਕ ਨਹੀਂ ਸੀ, ਇਸ ਲਈ ਉਸਨੇ ਖੁਸ਼ੀ-ਖੁਸ਼ੀ ਪਿਤਾ ਜੀ ਦੀ ਗੱਲ ਮੰਨ ਲਈ। ਮੇਰੀ ਭੈਣ ਤੇ ਮੈਂ ਦੋਸਤਾਂ ਵਾਂਗ ਰਹਿੰਦੇ ਸੀ ਤੇ ਆਪਣੀ ਹਰ ਗੱਲ ਇੱਕ ਦੂਜੇ ਨਾਲ ਸ਼ੇਅਰ ਕਰਦੇ ਸੀ। ਸਾਨੂੰ ਕਿਸੇ ਦੋਸਤ ਦੀ ਲੋੜ ਨਹੀਂ ਸੀ। ਅਸੀਂ ਦੋਵੇਂ ਹੀ ਇੱਕ ਦੂਜੇ ਲਈ ਕਾਫੀ ਸੀ। ਪਰ ਕੁਝ ਦਿਨਾਂ ਤੋਂ ਮੇਰੀ ਭੈਣ ਦਾ ਵਿਵਹਾਰ ਮੇਰੇ ਨਾਲ ਠੀਕ ਨਹੀਂ ਲੱਗ ਰਿਹਾ ਸੀ। ਉਸਨੇ ਮੈਥੋਂ ਗੱਲਾਂ ਲੁਕਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਹੁਣ ਉਹ ਮੇਰੇ ਨਾਲ ਆਪਣੀ ਕੋਈ ਵੀ ਗੱਲ ਸ਼ੇਅਰ ਨਹੀਂ ਕਰਦੀ ਸੀ। ਇੱਕ ਦਿਨ ਜਦੋਂ ਮਾਂ ਦੀ ਤਬੀਅਤ ਖਰਾਬ ਹੋਈ ਤਾਂ ਮੈਂ ਪਿਤਾ ਜੀ ਨੂੰ ਫੋਨ ਕਰਕੇ ਦੁਕਾਨ ਤੋਂ ਬੁਲਾ ਲਿਆ। ਉਹ ਰਾਤ ਦਾ ਸਮਾਂ ਸੀ। ਪਿਤਾ ਜੀ ਘਰ ਆਏ ਤੇ ਮਾਂ ਨੂੰ ਡਾਕਟਰ ਕੋਲ ਲੈ ਜਾਣ ਲੱਗੇ ਤਾਂ ਮਾਂ ਨੇ ਮੈਨੂੰ ਕਿਹਾ ਕਿ ਆਪਣੀ ਭੈਣ ਨੂੰ ਛੱਤ ਤੋਂ ਬੁਲਾ ਕੇ ਲਿਆ। ਜਦੋਂ ਮੈਂ ਛੱਤ ਤੇ ਗਈ ਤਾਂ ਮੈਂ ਦੇਖਿਆ ਕਿ ਉਹ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਹੈ। ਉਸਨੇ ਮੈਨੂੰ ਦੇਖ ਕੇ ਫੋਨ ਕੱਟ ਦਿੱਤਾ। ਮੈਂ ਉਸਨੂੰ ਕਿਹਾ ਕਿ ਹੇਠਾਂ ਚੱਲ, ਤੈਨੂੰ ਮਾਂ ਬੁਲਾ ਰਹੀ ਹੈ। ਉਸਨੇ ਮੈਨੂੰ ਕਿਹਾ ਕਿ ਠੀਕ ਹੈ, ਤੂੰ ਚੱਲ, ਮੈਂ ਆਉਂਦੀ ਹਾਂ। ਮੇਰੀ ਭੈਣ ਸ਼ੁਰੂ ਤੋਂ ਹੀ ਬਹੁਤ ਜਿੱਦੀ ਸੀ ਤੇ ਜੋ ਉਸਦੇ ਦਿਲ 'ਚ ਆਉਂਦਾ ਸੀ ਉਹੀ ਕਰਦੀ ਸੀ। ਉਸਦਾ ਕਿਸੇ ਨਾਲ ਫੋਨ ਤੇ ਗੱਲ ਕਰਨ ਦਾ ਇਹ ਸਿਲਸਿਲਾ ਇੰਸਟਾਗ੍ਰਾਮ ਤੋਂ ਸ਼ੁਰੂ ਹੋਇਆ ਸੀ ਤੇ ਹੁਣ ਗੱਲ ਇੱਥੋਂ ਤੱਕ ਪਹੁੰਚ ਗਈ ਸੀ ਕਿ ਉਹ ਰਿਸ਼ਤਾ ਭੇਜਣ ਦੀ ਗੱਲ ਕਰ ਰਿਹਾ ਸੀ। ਮੇਰੀ ਭੈਣ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਘਰੇ ਕਿਵੇਂ ਗੱਲ ਕਰੇ। ਫਿਰ ਉਸਨੇ ਮੈਨੂੰ ਸਭ ਕੁਝ ਦੱਸਿਆ ਕਿ ਉਹ 2 ਸਾਲ ਤੋਂ ਕਿਸੇ ਲੜਕੇ ਨਾਲ ਗੱਲ ਕਰਦੀ ਹੈ ਤੇ ਉਸ ਨਾਲ ਪਿਆਰ ਕਰਨ ਲੱਗੀ ਹੈ। ਉਹ ਲੜਕਾ ਵੀ ਉਸ ਨਾਲ ਪਿਆਰ ਕਰਦਾ ਹੈ ਤੇ ਵਿਆਹ ਕਰਨਾ ਚਾਹੁੰਦਾ ਹੈ ਤੇ ਘਰੇ ਰਿਸ਼ਤਾ ਭੇਜਣ ਲਈ ਵੀ ਤਿਆਰ ਹੈ। ਮੇਰੀ ਭੈਣ ਨੇ ਮੈਨੂੰ ਦੱਸਿਆ ਕਿ ਉਹ ਇੱਕ ਬਹੁਤ ਹੀ ਚੰਗਾ ਲੜਕਾ ਹੈ। ਉਸਨੇ ਮੈਨੂੰ ਕਿਹਾ ਕਿ ਤੂੰ ਕੁਝ ਅਜਿਹਾ ਕਰ ਜਿਸ ਨਾਲ ਸਾਡਾ ਰਿਸ਼ਤਾ ਹੋ ਜਾਵੇ ਤੇ ਘਰੇ ਕਿਸੇ ਨੂੰ ਪਤਾ ਵੀ ਨਾ ਲੱਗੇ। ਫਿਰ ਮੈਂ ਉਸਨੂੰ ਕਿਹਾ ਕਿ ਤੂੰ ਸੀਰੀਅਸ ਤਾਂ ਹੈ ਨਾ, ਕਿਉਂਕਿ ਤੂੰ ਕਹਿੰਦੀ ਸੀ ਕਿ ਪਿਆਰ ਤਾਂ ਫालतू ਦੀ ਚੀਜ਼ ਹੈ। ਕੋਈ ਕਿਸੇ ਨਾਲ ਪਿਆਰ ਨਹੀਂ ਕਰਦਾ, ਸਾਰੇ ਟਾਈਮ ਪਾਸ ਹੀ ਕਰਦੇ ਹਨ ਤੇ ਅੱਜ ਤੂੰ ਖੁਦ ਅਜਿਹੀਆਂ ਗੱਲਾਂ ਕਰ ਰਹੀ ਹੈ, ਇਸ ਲਈ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ। ਉਸਨੇ ਮੈਨੂੰ ਗੁੱਸੇ 'ਚ ਕਿਹਾ ਕਿ ਤੂੰ ਮੇਰੀ ਮਦਦ ਕਰੇਂਗੀ ਜਾਂ ਨਹੀਂ। ਮੈਂ ਵੀ ਉਸਨੂੰ ਹੱਸ ਕੇ ਆਖ ਦਿੱਤਾ ਕਿ ਹਾਂ ਬਾਬਾ, ਮੈਂ ਤੇਰੀ ਮਦਦ ਕਰਾਂਗੀ। ਫਿਰ ਅਗਲੇ ਦਿਨ ਮੈਂ ਆਪਣੀ ਮਾਂ ਨੂੰ ਦੱਸਿਆ ਕਿ ਮੇਰੀ ਦੋਸਤ ਦੀ ਇੱਕ ਆਂਟੀ ਹੈ ਜੋ ਆਪਣੇ ਬੇਟੇ ਲਈ ਰਿਸ਼ਤਾ ਦੇਖ ਰਹੀ ਹੈ। ਜੇਕਰ ਤੁਸੀਂ ਕਹੋ ਤਾਂ ਮੈਂ ਸਭਾ ਲਈ ਉਹਨਾਂ ਨਾਲ ਗੱਲ ਕਰਾਂ। ਮਾਂ ਨੇ ਕਿਹਾ ਕਿ ਠੀਕ ਹੈ, ਉਂਝ ਵੀ ਅਸੀਂ ਸਭਾ ਲਈ ਰਿਸ਼ਤਾ ਤਾਂ ਦੇਖਣਾ ਹੀ ਹੈ, ਤੂੰ ਉਹਨਾਂ ਨਾਲ ਗੱਲ ਕਰ ਲੈ। ਸਭਾ ਇਹ ਸੁਣ ਕੇ ਬਹੁਤ ਖੁਸ਼ ਹੋਈ। ਕੁਝ ਦਿਨਾਂ ਬਾਅਦ ਆਰੀਅਨ ਸਾਡੇ ਘਰ ਰਿਸ਼ਤਾ ਲੈ ਕੇ ਆ ਗਿਆ। ਉਹ ਆਪਣੀ ਮਾਂ ਤੇ ਭੈਣ ਨਾਲ ਆਇਆ ਸੀ। ਦੇਖਣ 'ਚ ਬਹੁਤ ਸੋਹਣਾ ਸੀ ਤੇ ਖਾਂਦੇ ਪੀਂਦੇ ਘਰ ਦਾ ਲੱਗਦਾ ਸੀ। ਮਾਂ ਤੇ ਪਿਤਾ ਜੀ ਨੂੰ ਤਾਂ ਰਿਸ਼ਤਾ ਪਸੰਦ ਆ ਗਿਆ, ਪਰ ਪਿਤਾ ਜੀ ਨੇ ਕਿਹਾ ਕਿ ਇੱਕ ਵਾਰ ਅਸੀਂ ਉਹਨਾਂ ਦੇ ਘਰ ਜਾ ਕੇ ਉਹਨਾਂ ਦਾ ਘਰ ਅਤੇ ਕਾਰੋਬਾਰ ਵੀ ਦੇਖ ਕੇ ਆਈਏ ਕਿ ਇਹ ਲੋਕ ਸੱਚ ਤਾਂ ਬੋਲ ਰਹੇ ਹਨ ਜਾਂ ਨਹੀਂ, ਕਿਉਂਕਿ ਅੱਜ-ਕੱਲ੍ਹ ਬਹੁਤ ਧੋਖੇ ਹੋ ਰਹੇ ਹਨ। ਇੱਕ ਗੱਲ ਜੋ ਕਿਸੇ ਨੂੰ ਚੰਗੀ ਨਹੀਂ ਲੱਗੀ ਉਹ ਇਹ ਸੀ ਕਿ ਸਾਰੀਆਂ ਗੱਲਾਂ ਦਾ ਜਵਾਬ ਆਰੀਅਨ ਦੀ ਮਾਂ ਹੀ ਦੇ ਰਹੀ ਸੀ। ਪਿਤਾ ਜੀ ਕੁਝ ਵੀ ਪੁੱਛ ਰਹੇ ਸਨ ਤਾਂ ਉਸ ਦਾ ਜਵਾਬ ਆਰੀਅਨ ਦੀ ਮਾਂ ਹੀ ਦਿੰਦੀ ਸੀ। ਪਿਤਾ ਜੀ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਦੇ ਘਰ 'ਚ ਔਰਤਾਂ ਦੀ ਚੱਲਦੀ ਹੈ ਤੇ ਜਿਸ ਘਰ 'ਚ ਔਰਤਾਂ ਦੀ ਚੱਲਦੀ ਹੈ ਉਸ ਘਰ ਦੇ ਫੈਸਲੇ ਮਜ਼ਬੂਤ ਨਹੀਂ ਹੁੰਦੇ। ਮੈਂ ਪਿਤਾ ਜੀ ਨੂੰ ਕਿਹਾ ਕਿ ਤੁਸੀਂ ਉੱਥੇ ਜਾ ਕੇ ਚੰਗੀ ਤਰ੍ਹਾਂ ਦੇਖ ਲਓ, ਉਸ ਤੋਂ ਬਾਅਦ ਹੀ ਕੋਈ ਫੈਸਲਾ ਕਰਿਓ। ਮੈਂ ਵੀ ਸੋਚ ਰਹੀ ਸੀ ਕਿ ਸਭਾ ਨੇ ਪਹਿਲੇ ਆਏ ਚੰਗੇ ਰਿਸ਼ਤੇ ਠੁਕਰਾ ਕੇ ਅਜਿਹਾ ਇਸ ਲੜਕੇ 'ਚ ਕੀ ਦੇਖਿਆ ਜੋ ਇਸ ਨਾਲ ਵਿਆਹ ਕਰਨ ਲਈ ਤਿਆਰ ਹੋ ਗਈ। ਲੱਗਦਾ ਹੈ ਸਭਾ ਤੇ ਵੀ ਪਿਆਰ ਦਾ ਭੂਤ ਸਵਾਰ ਹੋ ਗਿਆ ਹੈ। ਸਭਾ ਬਹੁਤ ਜ਼ਿੱਦੀ ਸੀ, ਇਸ ਲਈ ਮੈਨੂੰ ਉਸਦੀ ਚਿੰਤਾ ਰਹਿੰਦੀ ਸੀ। ਇੱਕ ਹਫ਼ਤੇ ਬਾਅਦ ਅਸੀਂ ਆਰੀਅਨ ਦੇ ਘਰ ਗਏ ਤੇ ਆਰੀਅਨ ਦੇ ਘਰ ਵਾਲਿਆਂ ਨੇ ਸਾਡਾ ਬਹੁਤ ਵਧੀਆ ਸਵਾਗਤ ਕੀਤਾ। ਆਰੀਅਨ 3 ਭਰਾ ਤੇ ਇੱਕ ਭੈਣ ਸੀ। ਆਰੀਅਨ ਦੀ ਭੈਣ ਦੇ ਪਤੀ ਦਾ ਦੇਹਾਂਤ ਹੋ ਚੁੱਕਿਆ ਸੀ ਤੇ ਉਹ ਆਪਣੇ ਬੱਚਿਆਂ ਨਾਲ ਆਪਣੇ ਪੇਕੇ ਹੀ ਰਹਿੰਦੀ ਸੀ। ਆਰੀਅਨ ਦਾ ਘਰ ਦੇਖਣ 'ਚ ਠੀਕ ਠਾਕ ਹੀ ਸੀ ਤੇ ਉਸਦੇ ਘਰ ਵਾਲੇ ਵੀ ਚੰਗੇ ਸਨ। ਉਸਦੀ ਭੈਣ ਦੀ ਆਦਤ ਕੁਝ ਅਜੀਬ ਜਿਹੀ ਲੱਗੀ ਸੀ। ਆਰੀਅਨ ਨੇ ਸਾਨੂੰ ਆਪਣਾ ਸਾਰਾ ਘਰ ਦਿਖਾਇਆ। ਫਿਰ ਉਹ ਸਾਨੂੰ ਇੱਕ ਕਮਰੇ 'ਚ ਲੈ ਗਿਆ ਤੇ ਕਹਿਣ ਲੱਗਿਆ ਕਿ ਚਲੋ ਤੁਹਾਨੂੰ ਆਪਣੇ ਚਾਚਾ ਜੀ ਨਾਲ ਮਿਲਵਾਉਂਦਾ ਹਾਂ। ਜਦੋਂ ਅਸੀਂ ਕਮਰੇ 'ਚ ਗਏ ਤਾਂ ਉੱਥੇ ਇੱਕ ਆਦਮੀ ਹਨੇਰੇ 'ਚ ਬੈਠਾ ਹੋਇਆ ਸੀ। ਆਰੀਅਨ ਨੇ ਕਮਰੇ ਦੀ ਲਾਈਟ ਜਗਾਈ ਤੇ ਸਾਨੂੰ ਉਹਨਾਂ ਨਾਲ ਮਿਲਵਾਇਆ। ਉਹ ਦੇਖਣ 'ਚ ਬਹੁਤ ਸੋਹਣੇ ਸਨ। ਆਰੀਅਨ ਨੇ ਸਾਨੂੰ ਦੱਸਿਆ ਕਿ ਇਹ ਕਾਰੋਬਾਰ ਜੋ ਕੁਝ ਵੀ ਹੈ ਇਹਨਾਂ ਦੀ ਦੇਣ ਹੈ।
ਘਰ ਵੀ ਇਹਨਾਂ ਦਾ ਹੀ ਹੈ ਤੇ ਇਹਨਾਂ ਨੇ ਸਾਡੇ ਕਰਕੇ ਅੱਜ ਤੱਕ ਵਿਆਹ ਨਹੀਂ ਕੀਤਾ, ਕਿਉਂਕਿ ਚਾਚਾ ਜੀ ਦਾ ਕਹਿਣਾ ਹੈ ਕਿ ਉਹ ਵਿਆਹ ਕਰ ਲੈਂਦੇ ਤਾਂ ਪਤਾ ਨਹੀਂ ਉਹਨਾਂ ਦੀ ਪਤਨੀ ਕਿਹੋ ਜਿਹੀ ਆਉਂਦੀ, ਉਹ ਸਾਨੂੰ ਸਮਝਦੀ ਜਾਂ ਨਹੀਂ। ਚਾਚਾ ਜੀ ਨੂੰ ਸਾਡੀ ਬਹੁਤ ਚਿੰਤਾ ਰਹਿੰਦੀ ਹੈ। ਮੈਂ ਦੇਖਿਆ ਕਿ ਆर्यन ਦਾ ਚਾਚਾ ਆर्यन ਦੀ ਉਮਰ ਦਾ ਹੀ ਲੱਗਦਾ ਸੀ ਤੇ ਲੱਗਦਾ ਨਹੀਂ ਸੀ ਕਿ ਉਹ ਆर्यन ਦਾ ਚਾਚਾ ਹੈ। ਫਿਰ ਅਸੀਂ ਹੇਠਾਂ ਆ ਗਏ ਤੇ ਸਾਰਿਆਂ ਨਾਲ ਗੱਲਾਂ ਕਰਨ ਲੱਗੇ। ਮਾਂ ਨੇ ਮੈਨੂੰ ਕਿਹਾ ਕਿ ਆर्यन ਦੇ ਚਾਚਾ ਤਾਂ ਬਹੁਤ ਚੰਗਾ ਹੈ। ਮੈਨੂੰ ਤਾਂ ਇਹ ਬਹੁਤ ਚੰਗੇ ਲੋਕ ਲੱਗੇ। ਮੇਰੀ ਮਾਂ ਜਿਸ ਨੂੰ ਮਿਲਦੀ ਸੀ ਬਹੁਤ ਪਿਆਰ ਨਾਲ ਮਿਲਦੀ ਸੀ। ਉਹਨਾਂ ਨੂੰ ਤਾਂ ਕਿਸੇ 'ਚ ਕੋਈ ਬੁਰਾਈ ਜਾਂ ਕੋਈ ਕਮੀ ਨਜ਼ਰ ਨਹੀਂ ਆਉਂਦੀ ਸੀ। ਉਹ ਜਾਣਦੀ ਹੀ ਨਹੀਂ ਸੀ ਕਿ ਦੁਨੀਆ 'ਚ ਕਿੰਨੇ ਬੁਰੇ ਲੋਕ ਵੀ ਹੁੰਦੇ ਹਨ। ਉਹ ਤਾਂ ਸਿਰਫ ਪਿਆਰ ਕਰਨਾ ਹੀ ਜਾਣਦੀ ਸੀ ਤੇ ਇਹੀ ਉਹਨਾਂ ਨੇ ਮੈਨੂੰ ਸਿਖਾਇਆ ਸੀ ਕਿ ਬਿਨਾਂ ਕਿਸੇ ਲਾਲਚ ਦੇ ਲੋਕਾਂ ਨਾਲ ਪਿਆਰ ਕਰੋ ਤਾਂ ਕਿ ਬਦਲੇ 'ਚ ਤੁਹਾਨੂੰ ਵੀ ਪਿਆਰ ਹੀ ਮਿਲੇਗਾ। ਜਦੋਂ ਅਸੀਂ ਘਰ ਵਾਪਸ ਆਏ ਤਾਂ ਸਾਰਿਆਂ ਨੇ ਇਹ ਕਿਹਾ ਕਿ ਰਿਸ਼ਤਾ ਬਹੁਤ ਚੰਗਾ ਹੈ, ਸਾਨੂੰ ਗੱਲ ਅੱਗੇ ਵਧਾਉਣੀ ਚਾਹੀਦੀ ਹੈ। ਸੱਬਾ ਵੀ ਇਹ ਸੁਣ ਕੇ ਬਹੁਤ ਖੁਸ਼ ਹੋਈ। ਪਿਤਾ ਜੀ ਨੇ 2 ਹਫ਼ਤੇ ਬਾਅਦ ਮੰਗਣੀ ਤੈਅ ਕਰ ਦਿੱਤੀ। ਅਸੀਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ, ਪਰ ਮੰਗਣੀ ਵਾਲੇ ਦਿਨ ਉਹ ਹੋਇਆ ਜੋ ਕੋਈ ਸੋਚ ਵੀ ਨਹੀਂ ਸਕਦਾ ਸੀ। ਆर्यन ਦੇ ਘਰ ਵਾਲਿਆਂ ਨੇ ਉਸ ਦੇ ਚਾਚਾ ਲਈ ਮੇਰਾ ਰਿਸ਼ਤਾ ਮੰਗ ਲਿਆ। ਉਹਨਾਂ ਦੀ ਇਹ ਗੱਲ ਸੁਣ ਕੇ ਮੇਰੇ ਘਰ ਵਾਲਿਆਂ ਨੂੰ ਬਹੁਤ ਹੈਰਾਨੀ ਹੋਈ। ਪਿਤਾ ਜੀ ਨੇ ਸਾਫ਼ ਮਨਾ ਕਰ ਦਿੱਤਾ ਕਿ ਸਾਡੀ ਬੇਟੀ ਬਹੁਤ ਛੋਟੀ ਹੈ ਤੇ ਤੁਹਾਡੇ ਚਾਚੇ ਦੀ ਉਮਰ ਬਹੁਤ ਹੈ, ਇਹਨਾਂ ਦਾ ਕੋਈ ਮੇਲ ਨਹੀਂ ਹੈ, ਇਸ ਲਈ ਅਸੀਂ ਇਹ ਰਿਸ਼ਤਾ ਨਹੀਂ ਕਰਾਂਗੇ। ਪਰ ਉਹ ਲੋਕ ਤਾਂ ਜਿੱਦ ਤੇ ਅੜ ਗਏ ਤੇ ਕਹਿਣ ਲੱਗੇ ਕਿ ਜੇਕਰ ਤੁਸੀਂ ਰੂਬੀ ਦਾ ਰਿਸ਼ਤਾ ਆर्यन ਦੇ ਚਾਚੇ ਰਿਹਾਨ ਨਾਲ ਨਾ ਕੀਤਾ ਤਾਂ ਅਸੀਂ ਸੱਬਾ ਦਾ ਰਿਸ਼ਤਾ ਵੀ ਤੋੜ ਦਿਆਂਗੇ। ਮੇਰੇ ਪਿਤਾ ਜੀ ਨੇ ਕਿਹਾ ਕਿ ਸਾਡੇ 'ਚ ਪਹਿਲਾਂ ਅਜਿਹੀ ਕੋਈ ਗੱਲ ਤੈਅ ਨਹੀਂ ਹੋਈ ਸੀ। ਮੇਰੀ ਬੇਟੀ ਨਾਲ ਅਜਿਹਾ ਕਿਵੇਂ ਕਰ ਸਕਦੇ ਹੋ? ਘਰ 'ਚ ਸਾਰੇ ਮਹਿਮਾਨ ਹਨ, ਉਹ ਕੀ ਸੋਚਣਗੇ ਕਿ ਮੰਗਲੀ ਵਾਲੇ ਦਿਨ ਲੜਕੀ ਦਾ ਰਿਸ਼ਤਾ ਟੁੱਟ ਗਿਆ, ਸਾਡੀ ਕਿੰਨੀ ਬੇਇੱਜ਼ਤੀ ਹੋਵੇਗੀ। आर्यन ਦੇ ਘਰ ਵਾਲਿਆਂ ਨੇ ਕਿਹਾ ਕਿ ਸੋਚ ਲਓ, ਜੇਕਰ ਤੁਸੀਂ ਰੂਬੀ ਦਾ ਰਿਸ਼ਤਾ ਕਰਦੇ ਹੋ ਤਾਂ ਹੀ ਅਸੀਂ ਆर्यन ਦਾ ਰਿਸ਼ਤਾ ਇੱਥੇ ਕਰਾਂਗੇ। ਤਾਂ ਮੇਰੀ ਮਾਂ ਨੇ ਕਿਹਾ ਕਿ ਰਿਹਾਨ ਦੀ ਸਿਰਫ ਉਮਰ ਹੀ ਜ਼ਿਆਦਾ ਹੈ, ਬਾਕੀ ਮੈਨੂੰ ਉਸ 'ਚ ਕੋਈ ਖਰਾਬੀ ਨਜ਼ਰ ਨਹੀਂ ਆਉਂਦੀ। ਤੁਸੀਂ ਰੂਬੀ ਦਾ ਰਿਸ਼ਤਾ ਉਸ ਨਾਲ ਕਰ ਦਿਓ, ਸਾਡੀ ਦੂਜੀ ਬੇਟੀ ਦਾ ਰਿਸ਼ਤਾ ਵੀ ਬਚ ਜਾਵੇਗਾ। ਪਿਤਾ ਜੀ ਨੇ ਕੁਝ ਦੇਰ ਸੋਚਿਆ ਤੇ ਫਿਰ ਕਿਹਾ ਕਿ ਇੱਕ ਸ਼ਰਤ ਤੇ ਹੀ ਰਿਸ਼ਤਾ ਕਰਾਂਗਾ, ਮੇਰੀਆਂ ਬੇਟੀਆਂ ਦੇ ਨਾਂ ਆਪਣੀ ਕੁਝ ਜਾਇਦਾਦ ਲਿਖੋ, ਕਿਉਂਕਿ ਤੁਸੀਂ ਹੁਣ ਹੀ ਇਸ ਤਰ੍ਹਾਂ ਕਰ ਰਹੇ ਹੋ, ਬਾਅਦ 'ਚ ਪਤਾ ਨਹੀਂ ਮੇਰੀਆਂ ਬੇਟੀਆਂ ਨਾਲ ਕੀ ਕਰੋਗੇ। ਪਿਤਾ ਜੀ ਦੀ ਇਸ ਗੱਲ ਨੂੰ ਵੀ ਆर्यन ਦੇ ਘਰ ਵਾਲਿਆਂ ਨੇ ਨਾ ਮੰਨਿਆ ਤੇ ਕਿਹਾ ਕਿ ਅਸੀਂ ਤੁਹਾਡੀ ਕੋਈ ਸ਼ਰਤ ਨਹੀਂ ਮੰਨਾਂਗੇ ਤੇ ਉਹ ਉੱਥੋਂ ਚਲੇ ਗਏ। ਬਾਅਦ 'ਚ ਪਤਾ ਲੱਗਿਆ ਕਿ ਰਿਹਾਨ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਤੇ ਉਸ ਦੀ ਭਾਬੀ ਭਾਵ ਆर्यन ਦੀ ਮਾਂ ਨੇ ਉਸ ਦੀ ਪਤਨੀ ਨੂੰ ਉਸ ਨਾਲ ਰਹਿਣ ਨਹੀਂ ਦਿੱਤਾ ਤੇ ਦੋਵਾਂ ਦਾ ਤਲਾਕ ਹੋ ਗਿਆ। ਪਿਤਾ ਜੀ ਨੇ ਕਿਹਾ ਕਿ ਚੰਗਾ ਹੋਇਆ ਅਸੀਂ ਉਸ ਘਰ 'ਚ ਆਪਣੀ ਦੋਵੇਂ ਬੇਟੀਆਂ ਦਾ ਰਿਸ਼ਤਾ ਨਹੀਂ ਕੀਤਾ, ਨਹੀਂ ਤਾਂ ਸਾਡੀਆਂ ਦੋਵੇਂ ਬੇਟੀਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ। ਪਰ ਸੱਬਾ ਤਾਂ ਆर्यन ਦੇ ਪਿਆਰ 'ਚ ਪਾਗਲ ਹੋ ਚੁੱਕੀ ਸੀ। ਉਸ ਨੂੰ ਆਪਣੇ ਤੋਂ ਜ਼ਿਆਦਾ ਆर्यन ਦੀਆਂ ਗੱਲਾਂ ਤੇ ਜ਼ਿਆਦਾ ਭਰੋਸਾ ਸੀ। ਉਹ ਹੁਣ ਘਰ 'ਚ ਸਭ ਤੋਂ ਅਲੱਗ ਹੀ ਰਹਿੰਦੀ ਸੀ ਤੇ ਕਿਸੇ ਨਾਲ ਜ਼ਿਆਦਾ ਗੱਲ ਵੀ ਨਹੀਂ ਕਰਦੀ ਸੀ। ਉਹ ਦੇਖਣ 'ਚ ਬਹੁਤ ਜ਼ਿਆਦਾ ਸੋਹਣੀ ਸੀ, ਇਸ ਲਈ ਉਸ ਕੋਲ ਰਿਸ਼ਤਿਆਂ ਦੀ ਕਮੀ ਨਹੀਂ ਸੀ। ਅਜੇ ਵੀ ਉਸ ਨੂੰ ਬਹੁਤ ਜ਼ਿਆਦਾ ਰਿਸ਼ਤੇ ਆ ਰਹੇ ਸਨ, ਪਰ ਉਹ ਹਰ ਰਿਸ਼ਤੇ ਨੂੰ ਨਾ ਕਰ ਦਿੰਦੀ ਸੀ, ਲੜਕਾ ਚਾਹੇ ਕਿੰਨਾ ਵੀ ਸੋਹਣਾ ਤੇ ਅਮੀਰ ਕਿਉਂ ਨਾ ਹੋਵੇ। ਪਿਤਾ ਜੀ ਨੂੰ ਵੀ ਇਹੀ ਚਿੰਤਾ ਸਤਾ ਰਹੀ ਸੀ ਕਿ ਪਤਾ ਨਹੀਂ ਉਸ ਦਾ ਵਿਆਹ ਕਦੋਂ ਹੋਵੇਗਾ ਤੇ ਉਸ ਦੇ ਵਿਆਹ ਤੋਂ ਬਾਅਦ ਉਹਨਾਂ ਨੂੰ ਮੇਰੇ ਵਿਆਹ ਦੀ ਵੀ ਚਿੰਤਾ ਸੀ। ਪਿਤਾ ਜੀ ਸੋਚਦੇ ਸਨ ਕਿ ਕਿਤੇ ਸੱਬਾ ਦੇ ਚੱਕਰ 'ਚ ਮੇਰੀ ਉਮਰ ਨਾ ਹੋ ਜਾਵੇ। ਇੱਕ ਦਿਨ ਸੱਬਾ ਲਈ ਇੱਕ ਰਿਸ਼ਤਾ ਆਇਆ। ਉਹ ਲੜਕਾ ਦੇਖਣ 'ਚ ਕੁਝ ਖਾਸ ਨਹੀਂ ਲੱਗ ਰਿਹਾ ਸੀ, ਪਰ ਸੱਬਾ ਨੇ ਉਸ ਲਈ ਹਾਂ ਕਰ ਦਿੱਤੀ। ਇਹ ਦੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ। ਸੱਬਾ ਨੇ ਆਖਿਰ ਅਜਿਹਾ ਕਿਉਂ ਕੀਤਾ? ਮੈਂ ਸੱਬਾ ਤੋਂ ਪੁੱਛਿਆ ਕਿ ਤੂੰ ਇੱਕ ਅਜਿਹੇ ਲੜਕੇ ਨੂੰ ਹਾਂ ਕਿਉਂ ਕਰ ਦਿੱਤੀ ਜੋ ਤੇਰੇ ਕਾਬਿਲ ਨਹੀਂ ਹੈ? ਤਾਂ ਸੱਬਾ ਨੇ ਕਿਹਾ ਕਿ ਮੇਰੀ ਮਰਜ਼ੀ, ਮੈਂ ਜਿਸ ਨਾਲ ਮਰਜ਼ੀ ਵਿਆਹ ਕਰਾਂ। ਘਰ ਵਾਲੇ ਵੀ ਸੱਬਾ ਦੀ ਜਿੱਦ ਅੱਗੇ ਕੁਝ ਨਾ ਕਰ ਸਕੇ। ਉਹਨਾਂ ਨੂੰ ਮੇਰੀ ਵੀ ਚਿੰਤਾ ਸੀ। ਸੱਬਾ ਦਾ ਵਿਆਹ ਹੁੰਦਾ ਫਿਰ ਹੀ ਮੇਰਾ ਹੁੰਦਾ। ਇੱਕ ਹਫ਼ਤੇ ਬਾਅਦ ਸੱਬਾ ਦਾ ਵਿਆਹ ਹੋ ਗਿਆ। ਜਦੋਂ ਮੈਂ ਵਿਆਹ ਵਾਲੇ ਦਿਨ ਉਸ ਲੜਕੇ ਨੂੰ ਦੇਖਿਆ ਤਾਂ ਉਹ ਮੈਨੂੰ ਜਾਣਿਆ ਪਹਿਚਾਨਿਆ ਜਿਹਾ ਲੱਗਿਆ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਉਸ ਨੂੰ ਕਿੱਥੇ ਦੇਖਿਆ ਹੈ। ਉਹ ਦੇਖਣ 'ਚ ਬਹੁਤ ਕਾਲਾ ਤੇ ਅਜੀਬ ਜਿਹਾ ਲੱਗ ਰਿਹਾ ਸੀ। ਅਜਿਹਾ ਲੱਗ ਰਿਹਾ ਸੀ ਜਿਵੇਂ ਉਸ ਦੇ ਚਿਹਰੇ ਤੇ ਕਿਸੇ ਨੇ ਕੁਝ ਲਗਾ ਦਿੱਤਾ ਹੈ। ਖੈਰ, ਸੱਬਾ ਆਪਣੇ ਵਿਆਹ ਤੋਂ ਬਹੁਤ ਖੁਸ਼ ਸੀ। ਮਾਂ ਤੇ ਪਿਤਾ ਜੀ ਵੀ ਖੁਸ਼ ਸਨ ਕਿ ਚਲੋ ਸੱਬਾ ਨੇ ਕਿਸੇ ਲੜਕੇ ਨੂੰ ਤਾਂ ਪਸੰਦ ਕੀਤਾ,
ਹੁਣ ਉਹ ਮੇਰਾ ਵਿਆਹ ਵੀ ਆਰਾਮ ਨਾਲ ਕਰ ਸਕਦੇ ਸਨ। ਸਭਾ ਵਿਦਾ ਹੋ ਕੇ ਆਪਣੇ ਸਹੁਰੇ ਘਰ ਚਲੀ ਗਈ। ਕੁਝ ਦਿਨਾਂ ਬਾਅਦ ਜਦੋਂ ਉਹ ਸਾਡੇ ਘਰ ਆਈ ਤਾਂ ਪਤਾ ਲੱਗਿਆ ਕਿ ਉਸਨੇ ਆਰੀਅਨ ਨਾਲ ਹੀ ਵਿਆਹ ਕੀਤਾ ਹੈ। ਇਹ ਸੁਣ ਕੇ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਫਿਰ ਮੈਨੂੰ ਸਮਝ ਆਈ ਕਿ ਉਸ ਸਮੇਂ ਉਹ ਮੈਨੂੰ ਜਾਣਿਆ ਪਹਿਚਾਨਿਆ ਜਿਹਾ ਕਿਉਂ ਲੱਗ ਰਿਹਾ ਸੀ। ਉਸ ਦਿਨ ਆਰੀਅਨ ਆਪਣਾ ਹੁਲੀਆ ਬਦਲ ਕੇ ਆਇਆ ਸੀ। ਪਿਤਾ ਜੀ ਨੇ ਸਭਾ ਤੋਂ ਪੁੱਛਿਆ ਕਿ ਉਸਨੇ ਅਜਿਹਾ ਕਿਉਂ ਕੀਤਾ। ਉਸਨੇ ਆਪਣੇ ਹੀ ਪਰਿਵਾਰ ਵਾਲਿਆਂ ਨੂੰ ਇੰਨਾ ਵੱਡਾ ਧੋਖਾ ਕਿਉਂ ਦਿੱਤਾ। ਸਭਾ ਨੇ ਕਿਹਾ ਕਿ ਉਹ ਆਰੀਅਨ ਨਾਲ ਬਹੁਤ ਪਿਆਰ ਕਰਦੀ ਸੀ ਤੇ ਆਰੀਅਨ ਵੀ ਉਸ ਤੋਂ ਬਿਨਾਂ ਨਹੀਂ ਰਹਿ ਸਕਦਾ ਸੀ। ਇਸ ਲਈ ਉਹਨਾਂ ਦੋਵਾਂ ਨੇ ਮਿਲ ਕੇ ਇਹ ਸਕੀਮ ਬਣਾਈ। ਪਿਤਾ ਜੀ ਨੇ ਉਸੇ ਸਮੇਂ ਉਸ ਨਾਲੋਂ ਸਾਰੇ ਰਿਸ਼ਤੇ ਤੋੜ ਦਿੱਤੇ ਤੇ ਉਸ ਨੂੰ ਆਪਣੇ ਘਰੋਂ ਕੱਢ ਦਿੱਤਾ। ਕੁਝ ਦਿਨਾਂ ਬਾਅਦ ਫਿਰ ਤੋਂ ਆਰੀਅਨ ਦੇ ਚਾਚਾ ਰਿਹਾਨ ਦਾ ਰਿਸ਼ਤਾ ਮੇਰੇ ਲਈ ਆਇਆ। ਉਹਨਾਂ ਨੇ ਸਾਨੂੰ ਧਮਕੀ ਦਿੱਤੀ ਕਿ ਜੇਕਰ ਅਸੀਂ ਉਹਨਾਂ ਦੀ ਗੱਲ ਨਾ ਮੰਨੀ ਤਾਂ ਉਹ ਸਭਾ ਨੂੰ ਆਪਣੇ ਘਰੋਂ ਕੱਢ ਦੇਣਗੇ। ਪਿਤਾ ਜੀ ਨੇ ਕਿਹਾ ਕਿ ਜੋ ਸਭਾ ਨੇ ਸਾਡੇ ਨਾਲ ਕੀਤਾ ਉਸ ਨੂੰ ਉਸ ਦੀ ਸਜ਼ਾ ਮਿਲਣੀ ਚਾਹੀਦੀ ਹੈ। ਮੈਂ ਸਭਾ ਦੇ ਕੀਤੇ ਦੀ ਸਜ਼ਾ ਰੂਬੀ ਨੂੰ ਭੁਗਤਣ ਨਹੀਂ ਦੇਵਾਂਗਾ। ਮਾਂ ਨੂੰ ਇਹਨਾਂ ਸਾਰੀਆਂ ਗੱਲਾਂ ਤੇ ਬਹੁਤ ਟੈਨਸ਼ਨ ਹੋ ਰਹੀ ਸੀ। ਪਿਤਾ ਜੀ ਡਾਕਟਰ ਕੋਲ ਲੈ ਗਏ ਤਾਂ ਡਾਕਟਰ ਨੇ ਕਿਹਾ ਕਿ ਇਹਨਾਂ ਨੂੰ ਕੋਈ ਸਦਮਾ ਲੱਗਿਆ ਹੈ। ਹੁਣ ਤੁਸੀਂ ਇਹਨਾਂ ਨੂੰ ਹਰ ਪਰੇਸ਼ਾਨੀ ਤੋਂ ਦੂਰ ਰੱਖਣਾ। ਆਰੀਅਨ ਵੀ ਲਗਾਤਾਰ ਪਿਤਾ ਜੀ ਨੂੰ ਧਮਕੀ ਦੇ ਰਿਹਾ ਸੀ। ਉਸਨੇ ਕਿਹਾ ਕਿ ਮੇਰੇ ਚਾਚੇ ਦਾ ਪਹਿਲਾਂ ਵਿਆਹ ਹੋਇਆ ਸੀ ਪਰ ਹੁਣ ਉਸ ਔਰਤ ਦਾ ਮੇਰੇ ਚਾਚੇ ਨਾਲ ਕੋਈ ਰਿਸ਼ਤਾ ਨਹੀਂ ਹੈ। ਤੁਸੀਂ ਰੂਬੀ ਦਾ ਵਿਆਹ ਮੇਰੇ ਚਾਚੇ ਨਾਲ ਕਰ ਦਿਓ, ਉਹ ਬਹੁਤ ਖੁਸ਼ ਰਹੇਗੀ। ਨਹੀਂ ਤਾਂ ਮੈਂ ਤੁਹਾਡੀ ਦੂਜੀ ਬੇਟੀ ਨੂੰ ਵੀ ਤੁਹਾਡੇ ਕੋਲ ਹੀ ਛੱਡ ਕੇ ਚਲਾ ਜਾਵਾਂਗਾ। ਪਿਤਾ ਜੀ ਨੇ ਮਜਬੂਰ ਹੋ ਕੇ ਉਸ ਦੀ ਗੱਲ ਮੰਨ ਲਈ ਤੇ ਮੇਰਾ ਵਿਆਹ ਰਿਹਾਨ ਨਾਲ ਕਰ ਦਿੱਤਾ। ਪਰ ਰਿਹਾਨ ਮੇਰੇ ਨਾਲ ਗੱਲ ਵੀ ਨਹੀਂ ਕਰਦਾ ਸੀ। ਅਸੀਂ ਇੱਕ ਹੀ ਛੱਤ ਹੇਠਾਂ ਅਜਨਬੀਆਂ ਵਾਂਗ ਰਹਿੰਦੇ ਸੀ। ਇੱਕ ਦਿਨ ਪਤਾ ਲੱਗਿਆ ਕਿ ਆਰੀਅਨ ਨੇ ਕਿਸੇ ਹੋਰ ਲੜਕੀ ਨਾਲ ਵਿਆਹ ਕਰ ਲਿਆ ਹੈ। ਰਿਹਾਨ ਤੇ ਆਰੀਅਨ ਦੀ ਬਹੁਤ ਲੜਾਈ ਹੋਈ। ਰਿਹਾਨ ਨੇ ਆਰੀਅਨ ਨੂੰ ਬਹੁਤ ਸਮਝਾਇਆ ਕਿ ਤੂੰ ਸਭਾ ਨਾਲ ਪਿਆਰ ਕਰਦਾ ਸੀ, ਸਭਾ ਨਾਲ ਵਿਆਹ ਕਰਨ ਲਈ ਤੂੰ ਕੀ ਕੁਝ ਨਹੀਂ ਕੀਤਾ। ਹੁਣ ਤੈਨੂੰ ਕੀ ਹੋ ਗਿਆ ਜੋ ਤੂੰ ਕਿਸੇ ਹੋਰ ਲੜਕੀ ਨਾਲ ਵਿਆਹ ਕਰਨ ਲਈ? ਸਭਾ ਦਾ ਕੀ ਹੋਵੇਗਾ? ਤੂੰ ਸਾਡੇ ਖਾਨਦਾਨ ਦੀ ਇੱਜ਼ਤ ਨੂੰ ਮਿੱਟੀ 'ਚ ਮਿਲਾ ਕੇ ਰੱਖ ਦਿੱਤਾ। ਤੂੰ ਉਸ ਲੜਕੀ ਬਾਰੇ ਨਹੀਂ ਸੋਚਿਆ ਜਿਸ ਨੇ ਤੇਰੇ ਲਈ ਆਪਣੇ ਪਰਿਵਾਰ ਨੂੰ ਧੋਖਾ ਦਿੱਤਾ। ਸਾਡੀ ਨਹੀਂ ਤਾਂ ਘੱਟੋ ਘੱਟ ਆਪਣੀ ਪਤਨੀ ਦੇ ਪਿਆਰ ਦਾ ਤਾਂ ਖਿਆਲ ਕਰਦਾ। ਆਰੀਅਨ ਨੇ ਕਿਹਾ ਕਿ ਉਹ ਹੁਣ ਇੱਥੇ ਨਹੀਂ ਰਹੇਗਾ, ਆਪਣੀ ਦੂਜੀ ਪਤਨੀ ਨਾਲ ਰਹੇਗਾ। ਰਿਹਾਨ ਨੇ ਕਿਹਾ ਕਿ ਤੂੰ ਸਭਾ ਨੂੰ ਤਲਾਕ ਦੇ ਦੇ ਤਾਂ ਕਿ ਉਹ ਆਪਣੀ ਜ਼ਿੰਦਗੀ 'ਚ ਅੱਗੇ ਵਧ ਸਕੇ। ਪਰ ਆਰੀਅਨ ਨੇ ਕਿਸੇ ਦੀ ਇੱਕ ਨਾ ਸੁਣੀ ਤੇ ਉਹ ਘਰ ਛੱਡ ਕੇ ਚਲਾ ਗਿਆ। ਇਹ ਸਭ ਦੇਖ ਕੇ ਸਭਾ ਬੇਹੋਸ਼ ਹੋ ਗਈ ਤਾਂ ਮੈਂ ਉਸ ਨੂੰ ਉਸਦੇ ਕਮਰੇ 'ਚ ਲੈ ਗਈ। ਹੁਣ ਮੈਂ ਉਸ ਨਾਲ ਹੀ ਰਹਿੰਦੀ ਸੀ ਪਰ ਸਭਾ ਤਾਂ ਬਿਲਕੁਲ ਬਦਲ ਗਈ ਸੀ। ਉਹ ਗੁੰਮਸੁੰਮ ਰਹਿੰਦੀ ਸੀ ਤੇ ਕਿਸੇ ਨਾਲ ਗੱਲ ਨਹੀਂ ਕਰਦੀ ਸੀ। ਅਜਿਹਾ ਲੱਗ ਰਿਹਾ ਸੀ ਜਿਵੇਂ ਸਭਾ ਦੀ ਜ਼ਿੰਦਗੀ 'ਚ ਹੁਣ ਕੁਝ ਰਿਹਾ ਹੀ ਨਹੀਂ। ਆਰੀਅਨ ਦੀ ਮਾਂ ਦੀ ਵੀ ਤਬੀਅਤ ਖਰਾਬ ਰਹਿਣ ਲੱਗੀ ਸੀ। ਆਰੀਅਨ ਨੂੰ ਗਏ ਸਾਲ ਹੋ ਗਿਆ ਸੀ ਪਰ ਆਰੀਅਨ ਦਾ ਕੁਝ ਪਤਾ ਨਹੀਂ ਸੀ। ਨਾ ਹੀ ਉਸਨੇ ਕਦੇ ਫੋਨ ਕੀਤਾ ਤੇ ਨਾ ਹੀ ਕਦੇ ਆਪਣੀ ਮਾਂ ਤੇ ਭੈਣ ਨੂੰ ਮਿਲਣ ਆਇਆ। ਇੱਕ ਦਿਨ ਜਦੋਂ ਮੈਂ ਆਪਣੇ ਪੇਕੇ ਜਾ ਰਹੀ ਸੀ ਤਾਂ ਰਸਤੇ 'ਚ ਮੈਂ ਆਰੀਅਨ ਨੂੰ ਦੇਖਿਆ। ਮੈਂ ਉਸ ਦਾ ਪਿੱਛਾ ਕੀਤਾ ਤੇ ਉਸਦੇ ਘਰ ਦਾ ਪਤਾ ਲਗਾ ਲਿਆ। ਸ਼ਾਮ ਨੂੰ ਜਦੋਂ ਮੈਂ ਘਰ ਵਾਪਸ ਆਈ ਤਾਂ ਮੈਂ ਸਭਾ ਨੂੰ ਦੱਸਿਆ ਕਿ ਆਰੀਅਨ ਇਸੇ ਸ਼ਹਿਰ 'ਚ ਆਪਣੀ ਪਤਨੀ ਨਾਲ ਰਹਿੰਦਾ ਹੈ। ਉਹ ਲੜਕੀ ਦੇਖਣ 'ਚ ਚੰਗੀ ਹੈ ਪਰ ਤੇਰੇ ਤੋਂ ਸੋਹਣੀ ਨਹੀਂ ਹੈ। ਉਹ ਸਿਰਫ ਉਸਦੇ ਪਿਤਾ ਦੇ ਪੈਸਿਆਂ ਕਰਕੇ ਉਸ ਨਾਲ ਰਹਿ ਰਿਹਾ ਹੈ। ਸਭਾ ਮੇਰੇ ਗਲ ਲੱਗ ਕੇ ਰੋਣ ਲੱਗੀ ਤੇ ਆਖਣ ਲੱਗੀ ਕਿ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਆਰੀਅਨ ਮੇਰੇ ਨਾਲ ਇੰਨਾ ਵੱਡਾ ਧੋਖਾ ਕਰੇਗਾ। ਕਾਸ਼ ਮੈਂ ਮਾਂ ਤੇ ਪਿਤਾ ਜੀ ਨੂੰ ਉਸ ਕਰਕੇ ਧੋਖਾ ਨਾ ਦਿੱਤਾ ਹੁੰਦਾ। ਮੇਰੇ ਕਰਕੇ ਤੂੰ ਵੀ ਇਸ ਨਰਕ 'ਚ ਆ ਕੇ ਫਸ ਗਈ। ਮੈਨੂੰ ਇਸ ਦੀ ਸਜ਼ਾ ਮਿਲ ਰਹੀ ਹੈ ਪਰ ਹੁਣ ਸਾਡੇ ਹੱਥ 'ਚ ਕੁਝ ਨਹੀਂ ਸੀ। ਜੋ ਹੋਣਾ ਸੀ ਉਹ ਤਾਂ ਹੋ ਗਿਆ ਸੀ। ਇੱਕ ਦਿਨ ਜਦੋਂ ਮੈਂ ਘਰ ਦਾ ਕੰਮ ਕਰ ਰਹੀ ਸੀ ਤਾਂ ਸਾਡੀ ਗਲੀ 'ਚ ਐਂਬੂਲੈਂਸ ਦੀ ਆਵਾਜ਼ ਆਈ। ਮੇਰਾ ਦਿਲ ਜ਼ੋਰ ਨਾਲ ਧੜਕਣ ਲੱਗਿਆ ਕਿ ਪਤਾ ਨਹੀਂ ਕਿਸ ਦੇ ਘਰ ਐਂਬੂਲੈਂਸ ਆਈ ਹੈ। ਐਨੇ 'ਚ ਕਿਸੇ ਨੇ ਸਾਡੇ ਘਰ ਦਾ ਦਰਵਾਜ਼ਾ ਖੜਕਾਇਆ। ਰਿਹਾਨ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿਉਂਕਿ ਐਂਬੂਲੈਂਸ 'ਚ ਤਾਂ